ਹੈਲੋ एवरीवन। ਇਸ ਤੋਂ ਪਹਿਲਾਂ ਅਸੀਂ ਬਾਉਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਡਿਸਕਸ ਕਰ ਚੁੱਕੇ ਹਾਂ ਬੱਚੇ, ਜਿਹਦੇ ਵਿੱਚ ਅਸੀਂ ਦੇਖਿਆ ਸੀ ਕਿ ਬਾਉਂਡਡ ਵੇਰੀਏਸ਼ਨ ਕੀ ਹੁੰਦੀ ਹੈ। ਸਾਡੇ ਕੋਲ ਆ ਫੰਕਸ਼ਨ, ਕਦੋਂ ਅਸੀਂ ਕਿਸੇ ਫੰਕਸ਼ਨ ਨੂੰ ਬਾਉਂਡਡ ਵੇਰੀਏਸ਼ਨ ਫੰਕਸ਼ਨ ਬੋਲਦੇ ਹਾਂ, ਜਦੋਂ ਉਹਦਾ ਕੋਈ ਸਮ ਕਿਸੇ ਪਾਰਟੀਸ਼ਨ ਦੇ ਵਿੱਚ ਕੀ ਹੋਵੇ, ਫਾਈਨਾਈਟ ਹੋਵੇ, ਉਸਨੂੰ ਅਸੀਂ ਬਾਉਂਡਡ ਵੇਰੀਏਸ਼ਨ ਕਹਿੰਦੇ ਸੀ। ਅੱਗੇ ਹੁਣ ਅਸੀਂ ਡਿਸਕਸ ਕਰਨੀਆਂ ਸੀ ਬੱਚੇ ਇਹਦੀਆਂ ਪ੍ਰੋਪਰਟੀਜ਼, ਜਿਨ੍ਹਾਂ ਦੇ ਥਰੂ ਅਸੀਂ ਇਹਦੀ ਐਗਜ਼ਾਮਪਲਸ ਨੂੰ ਜਿਹੜਾ ਈਜ਼ੀਲੀ ਸੋਲਵ ਕਰ ਸਕਦੇ ਹਾਂ। ਅੱਜ ਫਸਟ ਜਿਹੜੀ ਇਹਦੀ ਪ੍ਰੋਪਰਟੀ ਦੇਖਾਂਗੇ। ਫਸਟ ਪ੍ਰੋਪਰਟੀ ਕੀ ਹੈ ਬੱਚੇ, ਸਟੇਟਮੈਂਟ ਕੀ ਹੈ, ਇਫ ਐਫ ਇਜ਼ ਅ ਮੋਨੋਟੋਨ ਔਨ ਏ ਟੂ ਬੀ ਦੈਨ ਐਫ ਇਜ਼ ਆਫ ਅ ਬਾਉਂਡਡ ਵੇਰੀਏਸ਼ਨ ਔਨ ਏ ਟੂ ਬੀ ਇੰਟਰਵਲ। ਕਹਿੰਦੇ ਜੇਕਰ ਕੋਈ ਫੰਕਸ਼ਨ ਸਾਡੇ ਕੋਲ ਮੋਨੋਟੋਨ ਫੰਕਸ਼ਨ ਆ ਕਿਸੇ ਏ ਬੀ ਇੰਟਰਵਲ ਦੇ ਵਿੱਚ, ਕਲੋਜ਼ਡ ਇੰਟਰਵਲ ਔਨ ਏ ਬੀ, ਦੈਨ ਐਫ ਇਜ਼ ਆਫ ਅ ਬਾਉਂਡਡ ਵੇਰੀਏਸ਼ਨ। ਦੇਖੋ ਹੁਣ ਸਭ ਤੋਂ ਪਹਿਲਾਂ ਗੱਲ ਉਹਨੇ ਜਿਹੜੀ ਮੋਨੋਟੋਨ ਵਰਡ ਕਿਹਾ, ਮੋਨੋਟੋਨ ਦਾ ਮੀਨਿੰਗ ਕੀ ਹੁੰਦਾ। ਮੋਨੋਟੋਨ ਫੰਕਸ਼ਨ ਕੀ ਹੁੰਦਾ ਬੱਚੇ, ਕਿਸੇ ਇੰਟਰਵਲ ਦੇ ਵਿੱਚ ਕਹਿੰਦਾ ਉਹ ਫੰਕਸ਼ਨ ਜੋ ਜਾਂ ਤਾਂ ਇਨਕਰੀਜ਼ਿੰਗ ਹੋਵੇ ਜਾਂ ਕੀ ਹੋਵੇ, ਡਿਕਰੀਜ਼ਿੰਗ ਹੋਵੇ। ਦੋਹਾਂ ਦੇ ਵਿੱਚੋਂ ਜੋ ਇੱਕ ਵੀ ਹੈਗਾ, ਜਾਂ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ, ਉਹਨੂੰ ਅਸੀਂ ਕੀ ਬੋਲਦੇ ਨੇ, ਮੋਨੋਟੋਨ ਫੰਕਸ਼ਨ ਔਨ ਦੈਟ ਇੰਟਰਵਲ। ਸੋ ਜਾਂ ਤਾਂ ਫੰਕਸ਼ਨ ਇਨਕਰੀਜ਼ਿੰਗ ਹੋ ਸਕਦਾ ਜਾਂ ਫਿਰ ਫੰਕਸ਼ਨ ਡਿਕਰੀਜ਼ਿੰਗ ਹੋ ਸਕਦਾ, ਮੋਨੋਟੋਨ ਉਹ ਹੋ ਗਿਆ। ਹੁਣ ਇੱਥੇ ਇਹਨੇ ਸਿੰਪਲ ਵਰਡ ਲਗਾਇਆ ਮੋਨੋਟੋਨ, ਇਸ ਦਾ ਮਤਲਬ ਸਾਨੂੰ ਇੱਥੇ ਬੱਚੇ ਨਹੀਂ ਦਿੱਤਾ ਹੋਇਆ ਕਿ ਇਨਕਰੀਜ਼ਿੰਗ ਆ ਕਿ ਡਿਕਰੀਜ਼ਿੰਗ ਆ। ਅਸੀਂ ਦੋ ਕੇਸ ਬਣਾ ਸਕਦੇ ਹਾਂ ਕਿ ਪਹਿਲਾ ਕੇਸ ਜਦੋਂ ਫੰਕਸ਼ਨ ਇਨਕਰੀਜ਼ਿੰਗ ਹੋਏਗਾ, ਕੀ ਫੰਕਸ਼ਨ ਉਦੋਂ ਬਾਉਂਡਡ ਵੇਰੀਏਸ਼ਨ ਹੋਊਗਾ। ਸੈਕਿੰਡ ਕੇਸ ਕੀ ਬਣੇਗਾ, ਜੇ ਫੰਕਸ਼ਨ ਡਿਕਰੀਜ਼ਿੰਗ ਹੋਏਗਾ, ਕੀ ਉਦੋਂ ਫੰਕਸ਼ਨ ਸਾਡੇ ਕੋਲ ਮੋਨੋਟੋਨ ਬਾਉਂਡਡ ਵੇਰੀਏਸ਼ਨ ਹੋਏਗਾ ਜਾਂ ਨਹੀਂ ਹੋਏਗਾ। ਸੋ ਫਸਟ ਕੇਸ ਡਿਸਕਸ ਕਰਦੇ ਹਾਂ। ਜੇਕਰ ਸਾਡੇ ਕੋਲ ਫੰਕਸ਼ਨ ਕੀ ਹੋਏਗਾ, ਇਨਕਰੀਜ਼ਿੰਗ, ਇਫ ਐਫ ਇਜ਼ ਇਨਕਰੀਜ਼ਿੰਗ ਔਨ ਏ ਟੂ ਬੀ ਇੰਟਰਵਲ, ਜੇਕਰ ਇਨਕਰੀਜ਼ਿੰਗ ਫੰਕਸ਼ਨ ਆ। ਹੁਣ ਇਨਕਰੀਜ਼ਿੰਗ ਫੰਕਸ਼ਨ ਦੀ ਡੈਫੀਨੇਸ਼ਨ ਕੀ ਸੀ ਬੱਚੇ, ਕਹਿੰਦਾ ਮੰਨ ਲਓ ਏ ਟੂ ਬੀ ਇੰਟਰਵਲ ਆ ਸਾਡੇ ਕੋਲ, ਏ ਤੋਂ ਬੀ ਇੰਟਰਵਲ ਦੀ ਅਸੀਂ ਇੱਕ ਪਾਰਟੀਸ਼ਨ ਕੀਤੀ, ਕਿਸ ਤਰ੍ਹਾਂ ਦੇ ਨਾਲ, ਏ ਦੀ ਕੋਈ ਇਹਨੂੰ ਮੰਨ ਲਿਆ ਬੱਚੇ x0, ਫਿਰ x1 x2 ਅਪ ਟੂ ਸੋ 1 xn ਇਜ਼ ਇਕੁਅਲ ਟੂ b। ਇਹਦੀ ਅਸੀਂ ਪਾਰਟੀਸ਼ਨ ਕਰ ਲਈ, ਅਤੇ ਪਾਰਟੀਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਕੀਤੀ ਆ ਕਿ a ਦੀ ਵੈਲਿਊ x1 ਤੋਂ ਛੋਟੀ ਹੈ, x1 x2 ਤੋਂ ਛੋਟਾ, ਅਪ ਟੂ ਸੋ 1 xn ਤੋਂ। ਇਕੁਆਲਿਟੀ ਦਾ ਸਿੰਬਲ ਪਾਇਆ ਕਿਉਂਕਿ ਅਸੀਂ ਇੱਥੇ ਸਟ੍ਰਿਕਟਲੀ ਇਨਕਰੀਜ਼ਿੰਗ ਨਹੀਂ ਵਰਡ ਯੂਜ਼ ਕੀਤਾ। ਹੁਣ ਇਸ ਤੋਂ ਬਾਅਦ ਬੱਚੇ ਕਹਿੰਦਾ ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀਆਂ ਵੈਲਿਊਜ਼ ਛੋਟੀਆਂ ਇਸ ਸਾਈਨ ਦੇ ਨਾਲ ਨੇ, ਇਸ ਕੁਆਲਿਟੀ ਦੇ ਨਾਲ ਨੇ, ਤਾਂ ਇਹਦੇ ਉੱਤੇ ਜਦੋਂ ਅਸੀਂ ਫੰਕਸ਼ਨ ਅਪਲਾਈ ਕਰਾਂਗੇ ਤਾਂ ਫੰਕਸ਼ਨ b ਇਹਨੂੰ ਪ੍ਰੀਜ਼ਰਵ ਰੱਖੇਗੀ। ਮਤਲਬ ਐਫ ਆਫ ਏ ਦੀ ਵੈਲਿਊ ਐਫ ਆਫ x1 ਤੋਂ ਛੋਟੀ ਹੋਏਗੀ, ਐਫ ਆਫ x1 ਦੀ ਵੈਲਿਊ ਐਫ ਆਫ x2 ਤੋਂ ਛੋਟੀ ਹੋਏਗੀ, ਅਪ ਟੂ ਸੋ ਔਨ ਐਫ ਆਫ xn ਤੋਂ ਛੋਟੀ ਹੋਏਗੀ। ਜਦੋਂ ਇਹੀ ਸਾਡੇ ਕੋਲ ਸੇਮ ਸਿੰਬਲ ਆ ਜਿਹੜਾ ਬਣਿਆ ਰਹਿੰਦਾ, ਇਹਨੂੰ ਅਸੀਂ ਕੀ ਬੋਲਦੇ ਹਾਂ, ਮੋਨੋਟੋਨ ਇਨਕਰੀਜ਼ਿੰਗ ਫੰਕਸ਼ਨ ਜਾਂ ਸਿੰਪਲ ਇਨਕਰੀਜ਼ਿੰਗ ਫੰਕਸ਼ਨ ਬੋਲ ਦਿੰਦੇ ਹਾਂ। ਹੁਣ ਸੇ ਜੇ ਸਾਡੇ ਕੋਲ ਫੰਕਸ਼ਨ ਇਨਕਰੀਜ਼ਿੰਗ ਆ ਬੱਚੇ, ਇੱਥੇ ਹੀ ਅਸੀਂ ਉਹ ਡਿਸਾਈਡ ਕਰਦੇ ਹਾਂ ਡੈਲਟਾ। ਦੇਖੋ ਡੈਲ ਦਾ ਮਤਲਬ ਕੀ ਹੁੰਦਾ, ਡੈਲ ਆਫ ਐਫ ਕੇ, ਫਾਰਵਰਡ ਡਿਫਰੈਂਸ। ਫਾਰਵਰਡ ਡਿਫਰੈਂਸ ਦਾ ਮਤਲਬ ਕਿ ਐਫ ਐਕਸ ਕੇ ਪਲੱਸ 1 ਦੇ ਵਿੱਚੋਂ ਐਫ ਆਫ ਐਕਸ ਕੇ ਮਾਈਨਸ ਕਰਨੀ ਆ, ਮਤਲਬ ਕਿ ਇੱਕ ਅਗਲੀ ਵੈਲਿਊ 'ਚੋਂ ਪਿਛਲੀ ਵੈਲਿਊ ਮਾਈਨਸ ਕਰਨੀ ਆ। ਜੇ ਇੱਥੇ ਦੇਖੀਏ ਬੱਚੇ ਐਫ ਐਕਸ 2 ਦੀ ਵੈਲਿਊ ਐਫ ਐਕਸ 1 ਤੋਂ ਵੱਡੀ ਆ, ਜੇਕਰ ਇਹਨਾਂ ਦੋਹਾਂ ਨੂੰ ਮਾਈਨਸ ਕਰਾਂਗੇ ਆਨਸਰ ਕੀ ਆਏਗਾ, ਗ੍ਰੇਟਰ ਦੈਨ ਇਕੁਅਲ ਟੂ 0। ਇਸੇ ਤਰ੍ਹਾਂ ਐਫ ਐਕਸ ਐਨ ਤੋਂ ਜਦੋਂ ਪਿਛਲੀ ਵੈਲਿਊ ਦੇ ਵਿੱਚੋਂ ਮਾਈਨਸ ਕਰਾਂਗੇ ਆਨਸਰ ਕੀ ਆਏਗਾ, ਗ੍ਰੇਟਰ ਦੈਨ ਇਕੁਅਲ ਟੂ 0। ਕਿਉਂਕਿ ਬੱਚੇ ਸਾਰੀਆਂ ਵੈਲਿਊਜ਼ ਕੀ ਇਨਕਰੀਜ਼ਿੰਗ ਫਾਰਮ ਦੇ ਵਿੱਚ ਪਈਆਂ ਨੇ, ਤਾਂ ਅਸੀਂ ਇਹਦੇ ਉੱਤੋਂ ਇੱਕ ਰਿਜ਼ਲਟ ਬਣਾ ਕੇ ਲਿਖ ਸਕਦੇ ਹਾਂ ਕਿ ਡੈਲ ਦੀ ਵੈਲਿਊ ਕੀ ਹੋਏਗੀ, ਗ੍ਰੇਟਰ ਦੈਨ ਇਕੁਅਲ ਟੂ 0। ਦੇਖੋ ਕੀ ਕਿਹਾ, ਕਹਿੰਦੇ ਐਫ ਇਜ਼ ਇਨਕਰੀਜ਼ਿੰਗ ਫੰਕਸ਼ਨ, ਇਨਕਰੀਜ਼ਿੰਗ ਫੰਕਸ਼ਨ ਲੈ ਕੇ ਚੱਲਿਆ ਪਹਿਲਾ ਕੇਸ। ਜੇਕਰ ਇਨਕਰੀਜ਼ਿੰਗ ਫੰਕਸ਼ਨ ਆ ਤਾਂ ਬੱਚੇ ਜਿਹੜੀ ਵੀ ਉਹਦੀ ਪਾਰਟੀਸ਼ਨ ਹੋਏਗੀ, ਜੋ ਵੀ ਅਸੀਂ ਪਾਰਟੀਸ਼ਨ ਕਰਾਂਗੇ ਉਹਦੇ ਵਿੱਚ ਡੈਲ ਐਫ ਕੇ ਦੀ ਵੈਲਿਊ ਗ੍ਰੇਟਰ ਦੈਨ ਇਕੁਅਲ ਟੂ 0 ਹੋਏਗੀ। ਦੱਸ ਚੁੱਕੇ ਹਾਂ ਕਿਉਂ, ਅਗੇਨ ਦੱਸ ਦਿੰਦੇ ਹਾਂ ਬੱਚੇ। ਜਿਵੇਂ ਹੁਣ ਅਸੀਂ ਕਿਹਾ ਕਿ x1 ਦੀ ਵੈਲਿਊ x2 ਤੋਂ ਛੋਟੀ ਹੈ, x2 x3 ਤੋਂ ਛੋਟਾ, ਇਸ ਅਕੋਰਡਿੰਗ ਐਫ ਐਕਸ 1 ਐਫ ਐਕਸ 2 ਤੋਂ ਛੋਟਾ ਹੋਏਗਾ ਅਤੇ ਐਫ ਐਕਸ 3 ਤੋਂ ਛੋਟਾ ਹੋਏਗਾ। ਹੁਣ ਇਹਨੂੰ ਜਦੋਂ ਅਸੀਂ ਮਾਈਨਸ ਕਰਾਂਗੇ ਬੱਚੇ ਐਫ ਐਫ ਐਕਸ 3 ਮਾਈਨਸ, ਮੰਨ ਲਓ ਇਹਨੂੰ ਉੱਧਰ ਲੈ ਜਾਓ, ਤਾਂ ਐਫ ਐਕਸ 3 ਮਾਈਨਸ ਐਫ ਐਕਸ 2 ਗ੍ਰੇਟਰ ਦੈਨ ਦਾ ਸਿੰਬਲ ਤੋਂ ਵੀ ਰਹੇਗਾ, ਗ੍ਰੇਟਰ ਦੈਨ ਇਕੁਅਲ ਟੂ ਕੀ ਹੋ ਜਾਏਗਾ, 0। ਤਾਂ ਇਹਦਾ ਮਤਲਬ ਕੀ ਹੋਏਗਾ, ਡੈਲ ਆਫ ਐਫ ਐਕਸ 3 ਇਹ ਹੋਇਆ। ਇਸ ਦਾ ਮਤਲਬ ਜੇ ਜਰਨਲ ਬੱਚੇ ਅਸੀਂ ਕਿਸੇ ਵੀ ਕੇ ਵੈਲਿਊ ਲਈ ਕੱਢਾਂਗੇ ਤਾਂ ਉਹ ਵੀ ਵੈਲਿਊ ਡੈਲ ਦੀ ਵੈਲਿਊ ਕੀ ਤੋਂ ਗ੍ਰੇਟਰ ਦੈਨ ਹੋਏਗੀ, ਗ੍ਰੇਟਰ ਦੈਨ ਇਕੁਅਲ ਟੂ 0 ਹੋਏਗੀ। ਸੋ ਬੱਚੇ ਅਸੀਂ ਨੇ ਇੰਨਾ ਕੁ ਰਿਜ਼ਲਟ ਇੱਥੋਂ ਫਾਰਮ ਕੀਤਾ। ਦੇਖੋ ਆਹ ਚੀਜ਼ ਅਸੀਂ ਨੇ ਫਾਰਮ ਕਰਕੇ ਦਿਖਾਈ ਹੋਈ ਹੈ ਕਿ ਕਿਵੇਂ ਹੋਇਆ ਹੈ। ਹੁਣ ਬਟ ਸਾਡਾ ਮੋਟਿਵ ਕੀ ਹੈ ਬੱਚੇ, ਅਸੀਂ ਇਹਨੂੰ ਫੰਕਸ਼ਨ ਨੂੰ ਦੇਖਣਾ ਕਿ ਬਾਉਂਡਡ ਵੇਰੀਏਸ਼ਨ ਹੈਗਾ ਜਾਂ ਨਹੀਂ। ਬਾਉਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਕੀ ਸੀਗੀ, ਕਹਿੰਦੇ ਜੇਕਰ ਸਮਿਸ਼ਨ ਆਫ ਕੇ ਵੇਰੀ 1 ਟੂ ਐਨ ਡੈਲ ਐਫ ਕੇ ਮੋਡ ਆਫ ਡੈਲ ਐਫ ਕੇ ਇਜ਼ ਲੈਸ ਦੈਨ ਐਮ, ਮਤਲਬ ਕਿ ਜਿਹੜੀ ਐਫ ਆ ਉਹਦਾ ਜਿਹੜਾ ਸਮ ਆ ਉਹ ਫਾਈਨਾਈਟ ਆ ਜਾਵੇ ਤਾਂ ਉਹ ਫੰਕਸ਼ਨ ਬਾਉਂਡਡ ਵੇਰੀਏਸ਼ਨ ਹੁੰਦਾ ਸੀ। ਹੁਣ ਇੱਥੇ ਵੀ ਅਸੀਂ ਇਹੀ ਚੀਜ਼ ਫਾਈਂਡ ਕਰਨੀ ਹੈ ਕਿ ਬੱਚੇ ਇਹਦਾ ਜਿਹੜਾ ਡੈਲ ਸਮੇਸ਼ਨ ਅਸੀਂ ਕਰਾਂਗੇ ਕਿ ਫਾਈਨਾਈਟ ਹੈਗਾ, ਜੇ ਫਾਈਨਾਈਟ ਹੈਗਾ ਤਾਂ ਉਹ ਬਾਉਂਡਡ ਵੇਰੀਏਸ਼ਨ ਹੋ ਜਾਏਗੀ। ਸੋ ਅਸੀਂ ਇਹਦੀ ਲੈਫਟ ਹੈਂਡ ਸਾਈਡ ਤੋਂ ਸਟਾਰਟ ਕੀਤਾ ਬੱਚੇ, ਲੈਟ ਕੀਤਾ ਕਹਿੰਦਾ ਕੇ ਵੈਲਿਊ ਵੇਰੀ 1 ਟੂ ਐਨ ਡੈਲ ਆਫ ਐਫ ਆਫ ਕੇ। ਦੇਖੋ ਡੈਲ ਐਫ ਕੇ ਦਾ ਮਤਲਬ ਕੀ ਹੈ, ਸਾਡੇ ਕੋਲ ਪਹਿਲਾਂ ਹੁਣ ਉੱਪਰ ਦੇਖੋ ਡੈਲ ਐਫ ਕੇ ਕੀ
ਕੀ ਆ ਪੋਜ਼ਿਟਿਵ ਆ। ਜੇਕਰ ਡੈਲ ਐਫ ਕੇ ਪੋਜ਼ਿਟਿਵ ਆ ਬੱਚੇ, ਪੋਜ਼ਿਟਿਵ ਟਰਮ ਦਾ ਮੋਡ ਹਮੇਸ਼ਾ ਕੀ ਹੁੰਦਾ ਪੋਜ਼ਿਟਿਵ ਹੀ ਹੁੰਦਾ। ਜੇ ਅਸੀਂ ਕਹੀਏ 1 ਦਾ ਮੋਡ ਕੀ ਆਊਗਾ 1, 2 ਦਾ ਮੋਡ ਕੀ ਆਊਗਾ 2 ਹੀ ਆਊਗਾ, ਕੋਈ ਸਿੰਬਲ ਦਾ ਫਰਕ ਨਹੀਂ ਹੋਵੇਗਾ। ਤਾਂ ਪਹਿਲਾਂ ਕੀ ਅਸੀਂ ਇਹਦਾ ਮੋਡ ਖਤਮ ਕਰ ਸਕਦੇ ਹਾਂ, ਹਾਂਜੀ ਇਹਦਾ ਅਸੀਂ ਮੋਡ ਖਤਮ ਕਰਤਾ ਤਾਂ ਇਹ ਕੀ ਬਣ ਗਿਆ ਡੈਲ ਐਫ ਕੇ ਵਿਚ ਇਜ਼ ਇਕੁਅਲ ਟੂ, ਹੁਣ ਡੈਲ ਦਾ ਮਤਲਬ ਕੀ ਸੀ ਬੱਚੇ, ਡੈਲ ਦਾ ਮਤਲਬ ਫਾਰਵਰਡ ਡਿਫਰੈਂਸ, ਫਾਰਵਰਡ ਡਿਫਰੈਂਸ ਮਤਲਬ ਕਿ ਐਫ ਕੇ ਪਲੱਸ 1 ਮਾਈਨਸ ਆਫ ਐਫ ਆਫ ਕੇ, ਅਸੀਂ ਐਵੇਂ ਖੋਲ੍ਹ ਸਕਦੇ ਹਾਂ। ਜਾਂ ਫਿਰ ਬੱਚੇ ਨੂੰ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਐਫ ਆਫ ਕੇ, ਦੇਖੋ ਐਫ ਕੇ ਤੋਂ ਸਟਾਰਟ ਕਰਨਾ, ਕਹਿੰਦਾ ਉਹ ਟਰਮ ਲਿਖੀ ਮਾਈਨਸ ਐਫ ਕੇ ਮਾਈਨਸ 1, ਮਤਲਬ ਕਿ ਜਿਹਦਾ ਡੈਲ ਲਿਖਿਆ ਹੋਇਆ ਉਹ ਤੋਂ ਇੱਕ ਪ੍ਰੀਵੀਅਸ ਟਰਮ ਨੂੰ ਉਹਦੇ ਵਿੱਚੋਂ ਕੀ ਕਰ ਦੇਣਾ ਮਾਈਨਸ ਕਰ ਦੇਣਾ। ਤਾਂ ਅਸੀਂ ਇਹਨੂੰ ਡੈਲ ਦੀ ਵੈਲਿਊ ਨੂੰ ਓਪਨ ਕਰਕੇ ਲਿਖਿਆ। ਉਸ ਤੋਂ ਬਾਅਦ ਬੱਚੇ ਹੁਣ ਦੇਖੋ ਸਮਿਸ਼ਨ ਦੀ ਵੇਰੀਏਸ਼ਨ ਕਰਾਉਣੀ ਹੈ, ਸਮਿਸ਼ਨ ਵੇਰੀ ਕਰਾ ਦਈਏ। ਸਮਿਸ਼ਨ ਵੇਰੀ ਕਰਨ ਤੋਂ ਬਾਅਦ ਹਾਂਜੀ ਸਮਿਸ਼ਨ ਦੀ ਵੇਰੀਏਸ਼ਨ ਕਰਾ ਦਈਏ ਬੱਚੇ, ਕੇ ਦੀ ਵੈਲਿਊ ਕਿੱਥੋਂ ਤੋਂ 1 ਤੋਂ n। ਦੇਖੋ ਇੱਥੇ ਜਦੋਂ 1 ਭਰਾਂਗੇ ਕੀ ਬਣ ਜਾਏਗਾ ਐਫ ਆਫ ਐਕਸ 1 ਮਾਈਨਸ ਐਫ ਆਫ ਐਕਸ ਨੋਟ, ਫਿਰ ਪਲੱਸ ਐਫ ਆਫ ਐਕਸ 2 ਮਾਈਨਸ ਐਫ ਆਫ ਐਕਸ 1। ਸਮਿਸ਼ਨ ਓਪਨ ਕਰ ਰਹੇ ਹਾਂ ਸਿੰਪਲੀ ਕੇ ਦੀਆਂ ਵੈਲਿਊਜ਼ ਭਰ ਕੇ ਅਪ ਟੂ ਸੋ ਔਨ ਕਰਦੇ ਕਰਦੇ ਲਾਸਟ ਵੈਲਿਊ ਕੀ ਆਏਗੀ ਐਫ ਆਫ ਐਕਸ ਐਨ ਮਾਈਨਸ ਐਫ ਆਫ ਐਕਸ ਐਨ ਮਾਈਨਸ 1। ਦੇਖੋ ਇਹਦੇ ਵਿੱਚ ਕੁਝ ਕੱਟਣ ਨੂੰ ਹੈ, ਇੱਥੇ ਮਾਈਨਸ ਇੱਥੇ ਪਲੱਸ ਦੇ ਕੈਂਸਲ ਹੋ ਜਾਣਗੇ। ਸਿਮਿਲਰ ਬਚਿਆ ਵੀ ਤਾਂ ਸਾਰੇ ਕੋਲ ਜਦੋਂ ਅਸੀਂ ਕੈਂਸਲ ਆਊਟ ਕਰ ਦਾਂਗੇ ਸੋਲਵ ਕਰਕੇ ਤਾਂ ਸਾਡੇ ਕੋਲ ਸਿਰਫ 2 ਟਰਮਸ ਬਚਣਗੀਆਂ। ਇੱਕ ਤਾਂ ਬਚੇਗਾ ਐਫ ਆਫ ਐਕਸ ਐਨ ਅਤੇ ਦੂਸਰੀ ਟਰਮ ਬਚੇਗੀ ਐਫ ਆਫ ਐਕਸ ਨੋਟ। ਅਤੇ ਬੱਚੇ ਐਕਸ ਐਨ ਦਾ ਮਤਲਬ ਕੀ ਸੀਗਾ ਐਫ ਆਫ ਬੀ ਮਾਈਨਸ ਐਫ ਆਫ ਏ। ਸੋ ਕਹਿੰਦੇ ਜਦੋਂ ਅਸੀਂ ਸਾਰੇ ਸਮ ਨੂੰ ਸੋਲਵ ਕੀਤਾ ਸਾਡੇ ਕੋਲ ਸਿਰਫ 2 ਹੀ ਟਰਮ ਬਚੀਆਂ, ਕਿਹੜੀਆਂ ਐਫ ਆਫ ਬੀ ਮਾਈਨਸ ਐਫ ਆਫ ਏ। ਦੇਖੋ ਅਗੇਨ ਫੰਕਸ਼ਨ ਕੀ ਆ ਮੋਨੋਟੋਨ ਆ, ਕਿਹੜੇ ਇੰਟਰਵਲ ਕਲੋਜ਼ਡ ਇੰਟਰਵਲ। ਜਦੋਂ ਵੀ ਕੋਈ ਫੰਕਸ਼ਨ ਕਲੋਜ਼ਡ ਇੰਟਰਵਲ ਦੇ ਵਿੱਚ ਸਾਡੇ ਕੋਲ ਮੋਨੋਟੋਨ ਹੈ ਇਸਦਾ ਮਤਲਬ ਬਾਊਂਡਡ ਆ। ਜੇ ਬੱਚੇ ਬਾਊਂਡਡ ਆ ਇਸਦਾ ਮਤਲਬ ਜਿਹੜੀਆਂ ਵੀ ਉਹਦੇ ਉੱਤੇ ਲਾਸਟ ਪੁਆਇੰਟ 'ਤੇ ਅਸੀਂ ਵੈਲਿਊਜ਼ ਕੱਢ ਰਹੇ ਹਾਂ ਸਾਨੂੰ ਕੋਈ ਫਾਈਨਾਈਟ ਆਂਸਰ ਦਿੰਦੀਆਂ ਹੋਣਗੀਆਂ। ਜੇਕਰ ਫਾਈਨਾਈਟ ਆਂਸਰ ਦੇ ਰਹੀਆਂ ਨੇ ਤਾਂ ਉਹਨਾਂ ਦੀ ਸਬਟਰੈਕਸ਼ਨ ਕਰੋਗੇ, ਉਹਨਾਂ ਦਾ ਡਿਫਰੈਂਸ ਕਰੋਗੇ, ਉਹ ਕੀ ਹੋਏਗਾ ਫਾਈਨਾਈਟ। ਸੋ ਇਹਦਾ ਆਂਸਰ ਵੀ ਕੀ ਆਏਗਾ ਕੋਈ ਫਾਈਨਾਈਟ ਵੈਲਿਊ ਆਏਗਾ। ਉਹ ਫਾਈਨਾਈਟ ਵੈਲਿਊ ਕੋਈ ਵੀ ਹੋ ਸਕਦੀ ਹੈ। ਜੇ ਬੱਚੇ ਫਾਈਨਾਈਟ ਹੈ ਇਸਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਹਦੀ ਵੈਲਿਊ ਕਿਸੇ ਲੈਸ ਦੈਨ ਐਮ ਤੋਂ ਆ, ਜੋ ਵੀ ਇੱਕ ਫਾਈਨਾਈਟ ਨੰਬਰ ਆ। ਸਾਨੂੰ ਇਹੀ ਚਾਹੀਦਾ ਸੀ, ਕਹਿੰਦਾ ਜਿਹੜਾ ਸਮਿਸ਼ਨ ਆ ਉਹ ਕਿਸੇ ਫਾਈਨਾਈਟ ਉਹਦੀ ਵੈਲਿਊ ਫਾਈਨਾਈਟ ਆ ਜਾਵੇ ਜਾਂ ਲੈਸ ਦੈਨ ਫਾਈਨਾਈਟ ਨੰਬਰ ਆ ਜਾਵੇ ਤਾਂ ਫੰਕਸ਼ਨ ਕੀ ਹੋਏਗਾ ਬਾਊਂਡਡ ਵੇਰੀਏਸ਼ਨ ਦਾ ਹੋਏਗਾ। ਸੋ ਇੱਥੇ ਦੇਖੋ ਸਾਡੇ ਕੋਲ ਆ ਗਿਆ ਲੈਸ ਦੈਨ ਐਮ ਸੇ ਕਰ ਲਿਆ ਸੀ ਨੇ, ਦਿਸ ਇੰਪਲਾਈਜ਼ ਫੰਕਸ਼ਨ ਕੀ ਹੋ ਗਿਆ ਬਾਊਂਡਡ ਵੇਰੀਏਸ਼ਨ। ਇਹ ਕਦੋਂ ਸੀ ਜਦੋਂ ਅਸੀਂ ਫਸਟ ਕੇਸ ਡਿਸਕਸ ਕੀਤਾ ਜਦੋਂ ਫੰਕਸ਼ਨ ਇਨਕਰੀਜ਼ਿੰਗ ਸੀ। ਸੇਮ ਹੁਣ ਅਸੀਂ ਕਰਾਂਗੇ ਜੇਕਰ ਫੰਕਸ਼ਨ ਡਿਕਰੀਜ਼ਿੰਗ ਹੋਵੇ। ਫਿਰ ਕਹਿੰਦਾ ਜੇਕਰ ਫੰਕਸ਼ਨ ਡਿਕਰੀਜ਼ਿੰਗ ਆ ਬੱਚੇ, ਅਗੇਨ ਹੁਣ ਡਿਕਰੀਜ਼ਿੰਗ ਦਾ ਮਤਲਬ ਕੀ ਸੀਗਾ, ਕਹਿੰਦਾ ਜੇਕਰ ਐਕਸ ਨੋਟ ਦੀ ਵੈਲਿਊ ਐਕਸ 1 ਤੋਂ ਛੋਟੀ ਹੈ, ਐਕਸ 2 ਤੋਂ ਛੋਟੀ ਹੈ ਬੱਚੇ ਇਸ ਤਰ੍ਹਾਂ ਦੇ ਨਾਲ। ਬਟ ਇਹਦਾ ਜਿਹੜਾ ਫੰਕਸ਼ਨ ਦੀ ਵੈਲਿਊ ਆ ਉਹਦੇ ਲਈ ਇਹ ਸਿੰਬਲ ਉਲਟ ਹੋ ਜਾਂਦਾ ਕਿ ਐਫ ਐਕਸ ਨੋਟ ਦੀ ਵੈਲਿਊ ਐਫ ਐਕਸ 1 ਤੋਂ ਵੱਡੀ ਹੋਏਗੀ ਵਿਚ ਇਜ਼ ਗ੍ਰੇਟਰ ਦੈਨ ਐਫ ਆਫ ਐਕਸ 2। ਆਪੋਜ਼ਿਟ ਸਿੰਬਲ ਆ ਜਾਂਦੇ ਨੇ। ਹੁਣ ਜੇ ਬੱਚੇ ਤੁਸੀਂ ਇਹਨੂੰ ਦੇਖੋਗੇ ਤਾਂ ਇਹਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਕਿ ਐਫ ਆਫ ਐਕਸ 1 ਮਾਈਨਸ ਐਫ ਐਕਸ ਨੋਟ ਕਰੋਗੇ ਤਾਂ ਇਹਲੀ ਵੈਲਿਊ ਲੈਸ ਦੈਨ 0 ਆਏਗੀ। ਉਹਦੇ ਵਿੱਚ ਅਸੀਂ ਕੀ ਸੀ ਗ੍ਰੇਟਰ ਦੈਨ ਇਕੁਅਲ ਟੂ ਆ ਰਹੀ ਸੀ, ਹੁਣ ਇਹਦੇ ਵਿੱਚ ਕੀ ਆਊਗੀ ਕਿਉਂਕਿ ਨੈਗੇਟਿਵ ਬੱਚੇ ਡਿਕਰੀਜ਼ਿੰਗ ਫੰਕਸ਼ਨ ਆ ਤਾਂ ਲੈਸ ਦੈਨ ਇਕੁਅਲ ਟੂ 0 ਆਏਗੀ। ਤਾਂ ਅਸੀਂ ਲਿਖਿਆ ਕਹਿੰਦਾ ਡੈਲ ਐਫ ਕੇ ਕੀ ਹੋਏਗਾ ਲੈਸ ਦੈਨ ਇਕੁਅਲ ਟੂ 0। ਹੁਣ ਅਗੇਨ ਬਾਊਂਡਡ ਵੇਰੀਏਸ਼ਨ ਕਰਾਉਣਾ ਤਾਂ ਉਹਦੀ ਡੈਫੀਨੇਸ਼ਨ ਦੇ ਥਰੂ ਜਾਣਾ ਪਏਗਾ। ਡੈਫੀਨੇਸ਼ਨ ਕੀ ਸੀ ਸਮੇਸ਼ਨ ਕੇ ਵੇਰੀ 1 ਟੂ ਐਨ ਡੈਲ ਆਫ ਐਫ ਕੇ। ਜੇਕਰ ਇਹਦੀ ਵੈਲਿਊ ਫਾਈਨਾਈਟ ਆ ਜਾਂਦੀ ਹੈ ਤਾਂ ਫੰਕਸ਼ਨ ਕੀ ਹੋਏਗਾ ਬਾਊਂਡਡ ਵੇਰੀਏਸ਼ਨ ਦਾ ਹੋਏਗਾ। ਤਾਂ ਅਸੀਂ ਇਹਦਾ ਵੈਲਿਊ ਕੱਢੀ। ਹੁਣ ਦੇਖੋ ਬੱਚੇ ਇੱਥੇ ਜਿਹੜਾ ਡੈਲ ਐਫ ਕੇ ਉਹ ਨੈਗੇਟਿਵ ਆ। ਜੇਕਰ ਨੈਗੇਟਿਵ ਆ ਤਾਂ ਉਹਦਾ ਜੇ ਤੁਸੀਂ ਮੋਡ ਨਾ ਲਿਖਦੇ ਤਾਂ ਅੰਦਰ ਕਿਹੜੀ ਟਰਮ ਹੋਣੀ ਸੀ ਨੈਗੇਟਿਵ। ਜਿਵੇਂ ਉੱਥੇ ਬੱਚੇ ਮੋਡ ਨੂੰ ਅਸੀਂ ਸਿੰਪਲੀ ਪੋਜ਼ੀਟਿਵ 'ਚ ਬ੍ਰੇਕ ਓਪਨ ਕਰਤਾ ਸੀ, ਇੱਥੇ ਬਟ ਅੰਦਰ ਨੈਗੇਟਿਵ ਟਰਮ ਪਈ ਹੈ। ਕਹਿੰਦੇ ਇਹਨੂੰ ਅਸੀਂ ਇਹ ਵੀ ਲਿਖ ਸਕਦੇ ਸੀ ਨੈਗੇਟਿਵ ਆਫ ਐਫ ਆਫ ਕੇ ਡੈਲ ਆਫ ਐਫ ਕੇ, ਮਤਲਬ ਕਿ ਉਹਦੀ ਜਿਹੜੀ ਮੋਡ ਆ ਉਹਨੂੰ ਅਸੀਂ ਨੇ ਓਪਨ ਕੀਤਾ। ਉਸ ਤੋਂ ਬਾਅਦ ਵਿੱਚ ਅਗੇਨ ਉਹੀ ਡੈਲ ਐਫ ਕੇ ਦੀ ਵੈਲਿਊ ਸਬਸਟੀਟਿਊਟ ਕੀਤੀ, ਐਫ ਕੇ ਐਕਸ ਕੇ ਮਾਈਨਸ ਐਕਸ ਕੇ ਮਾਈਨਸ 1 ਉਹਨੂੰ ਓਪਨ ਕੀਤਾ, ਕਟਿੰਗ ਕੀਤੀ ਤਾਂ ਸਾਡੇ ਕੋਲ 2 ਵੈਲਿਊਜ਼ ਬਚਣਗੀਆਂ ਐਫ ਆਫ ਬੀ ਐਫ ਆਫ ਏ। ਅਗੇਨ ਬੱਚੇ 2 ਫਾਈਨਾਈਟ ਵੈਲਿਊ ਨੇ ਤਾਂ ਉਹਨਾਂ ਦਾ ਜਿਹੜਾ ਸਮ ਆ ਉਹ ਵੀ ਫਾਈਨਾਈਟ ਹੋਏਗਾ, ਉਹਨਾਂ ਦਾ ਡਿਫਰੈਂਸ ਵੀ ਕੀ ਹੋਏਗਾ ਫਾਈਨਾਈਟ ਹੋਏਗਾ। ਦਿਸ ਇੰਪਲਾਈਜ਼ ਸਾਡਾ ਫੰਕਸ਼ਨ ਅਗੇਨ ਤੋਂ ਕੀ ਹੋ ਗਿਆ ਬਾਊਂਡਡ ਵੇਰੀਏਸ਼ਨ। ਜੋ ਚਾਹੇ ਇਨਕਰੀਜ਼ਿੰਗ ਹੋਵੇ ਚਾਹੇ ਡਿਕਰੀਜ਼ਿੰਗ ਹੋਵੇ ਫੰਕਸ਼ਨ ਕੀ ਹੋਏਗਾ ਬਾਊਂਡਡ ਵੇਰੀਏਸ਼ਨ ਦਾ ਹੋਏਗਾ। ਇਹ ਸੀਗਾ ਬੱਚੇ ਸਾਡੀ ਫਸਟ ਪ੍ਰੋਪਰਟੀ ਜੋ ਬਹੁਤ ਹੀ ਇੰਪੋਰਟੈਂਟ ਆ। ਬਟ ਹੁਣ ਇਹਦਾ ਕੁਐਸਚਨ ਆ ਜਾਂਦਾ ਕਿ ਇਹਦਾ ਕਨਵਰਸ ਟਰੂ ਆ। ਬੱਚੇ ਕਨਵਰਸ ਦਾ ਮਤਲਬ ਕੀ ਕਿ ਜੇਕਰ ਕੋਈ ਫੰਕਸ਼ਨ ਬਾਊਂਡਡ ਵੇਰੀਏਸ਼ਨ ਆ ਤਾਂ ਪੱਕਾ ਉਹ ਮੋਨੋਟੋਨ ਵੀ ਹੋਏਗਾ, ਜਾਂ ਇਹ ਕਹਿ ਲਓ ਕਿ ਜੇਕਰ ਫੰਕਸ਼ਨ ਸਾਡੇ ਕੋਲ ਅਸੀਂ ਡੈਫੀਨੇਟ ਨਹੀਂ ਹੈਗੇ ਕਿ ਹਾਂਜੀ ਇਹ ਹੋਏਗਾ ਹੀ ਹੋਏਗਾ ਬੱਚੇ, ਬਟ ਇਹਨਾਂ ਦੇ ਕਨਵਰਸ ਹੁੰਦੇ ਨੇ। ਜਿਵੇਂ ਹੁਣ ਇਹ ਕਹਿ ਲਈਏ ਬੱਚੇ ਕੋਈ ਫੰਕਸ਼ਨ ਆ ਜਿਹੜਾ ਉਹ ਮੋਨੋਟੋਨ ਨਹੀਂ ਹੈਗਾ ਤਾਂ ਇਸਦਾ ਮਤਲਬ ਉਹ ਬਾਊਂਡਡ ਵੇਰੀਏਸ਼ਨ ਵੀ ਨਹੀਂ ਹੋਏਗਾ। ਅਸੀਂ ਇਹ ਚੀਜ਼ ਕਨਫਰਮ ਕਰ ਸਕਦੇ ਹਾਂ। ਬਟ ਜੇਕਰ ਸਾਨੂੰ ਪਤਾ ਕਿ ਉਹ ਸਾਡੇ ਕੋਲ ਬਾਊਂਡਡ ਵੇਰੀਏਸ਼ਨ ਹੈਗਾ ਪਰ ਉਦੋਂ ਅਸੀਂ ਇਹ ਨਹੀਂ ਦੱਸ ਸਕਦੇ ਕਿ ਉਹ ਮੋਨੋਟੋਨ ਵੀ ਹੈਗਾ ਜਾਂ ਫਿਰ ਨਹੀਂ। ਜਿਵੇਂ ਫਸਟ ਐਗਜ਼ਾਮਪਲ ਦੇਖਦੇ ਹਾਂ ਬੱਚੇ,
ਕਹਿੰਦੇ ਸਾਡੇ ਕੋਲ ਸਾਈਨ ਫੰਕਸ਼ਨ ਆ, ਸਾਈਨ ਐਕਸ ਫੰਕਸ਼ਨ ਔਨ ਅ ਇੰਟਰਵਲ 0 to 3 ਪਾਈ ਲੈ ਲਓ, 0 to 3 ਪਾਈ ਜਾਂ 0 to ਪਾਈ। ਕੀ ਇਹ ਫੰਕਸ਼ਨ ਸਾਡੇ ਕੋਲ ਬੱਚੇ ਬਾਉਂਡਡ ਵੇਰੀਏਸ਼ਨ ਫੰਕਸ਼ਨ ਹੈਗਾ? ਬਾਉਂਡਡ ਵੇਰੀਏਸ਼ਨ ਫੰਕਸ਼ਨ ਕੀ ਸਾਡੇ ਕੋਲ ਸਾਈਨ ਹੈ ਜਿਹੜਾ ਉਹ ਬਾਉਂਡਡ ਵੇਰੀਏਸ਼ਨ ਫੰਕਸ਼ਨ ਹੈਗਾ। ਤੁਸੀਂ ਇਹਨੂੰ ਚੈੱਕ ਕਰਨਾ, ਇਹਦੀ ਇੰਟਰਵਲ ਦੀ ਵੈਲਿਊ ਕੱਢ ਲੈਣੀ ਹੈ ਬੱਚੇ 0 to ਪਾਈ ਐਂਡ ਪਾਈ to 2 ਪਾਈ ਐਂਡ 2 ਪਾਈ to 3 ਪਾਈ। ਇਹਦੀ ਪਾਰਟੀਸ਼ਨ ਲੈ ਲਓ, ਚੈੱਕ ਕਰੋ ਕਿ ਇਸ ਪਾਰਟੀਸ਼ਨ ਦੇ ਵਿੱਚ, ਇਸ ਪਾਰਟੀਸ਼ਨ ਤਿੰਨਾਂ ਪਾਰਟੀਸ਼ਨ ਦੇ ਵਿੱਚ ਫੰਕਸ਼ਨ ਬਾਉਂਡਡ ਵੇਰੀਏਸ਼ਨ ਹੈਗਾ ਜਾਂ ਮੋਨੋਟੋਨ ਹੈਗਾ। ਜੇਕਰ ਹੈਗਾ ਤਾਂ ਅਸੀਂ ਇਹਦਾ ਕਨਵਰਸ ਆ ਜਿਹੜਾ ਉਹ ਡਿਸਕਸ ਕਰਾਂਗੇ। ਇਹ ਤੁਹਾਡੇ ਲਈ ਹੋਮਵਰਕ ਹੋਏਗਾ, ਤੁਸੀਂ ਇਹਦਾ ਆਨਸਰ ਕਮੈਂਟ ਬਾਕਸ 'ਚ ਦੱਸਣਾ। ਨੈਕਸਟ ਬੱਚੇ ਜੇਕਰ ਨਹੀਂ ਇਹਦਾ ਸੋਲਿਊਸ਼ਨ ਪਤਾ ਲੱਗਦਾ ਫਿਰ ਆਪਾਂ ਅਗਲੀ ਵੀਡੀਓ 'ਚ ਇਹਨੂੰ ਡਿਸਕਸ ਕਰਾਂਗੇ। ਅੱਗੇ ਆਉਂਦੇ ਹਾਂ ਸੈਕਿੰਡ ਪ੍ਰੋਪਰਟੀ ਦੇ। ਸੈਕਿੰਡ ਪ੍ਰੋਪਰਟੀ ਕੀ ਹੈ ਬੱਚੇ? ਕਹਿੰਦਾ ਇਫ ਐਫ ਇਜ਼ ਅ ਕੰਟੀਨਿਊਸ ਔਨ A to B। ਸੈਕਿੰਡ ਪ੍ਰੋਪਰਟੀ ਕਰ ਰਹੇ ਹਾਂ, ਇਫ ਐਫ ਇਜ਼ ਅ ਫੰਕਸ਼ਨ ਹੈ ਜਿਹੜਾ ਐਫ ਫੰਕਸ਼ਨ ਇਜ਼ ਅ ਕੰਟੀਨਿਊਸ ਔਨ A to B ਕਲੋਜ਼ ਇੰਟਰਵਲ ਐਂਡ ਐਫ ਡੈਸ਼ ਮਤਲਬ ਉਹਦਾ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ ਇਜ਼ ਬਾਉਂਡਡ ਐਂਡ ਉਹਦਾ ਜਿਹੜਾ ਡੈਰੀਵੇਟਿਵ ਐਗਜ਼ਿਸਟ ਵੀ ਕਰ ਰਿਹਾ ਪਲੱਸ ਉਹ ਬਾਉਂਡਡ ਵੀ ਹੈ। ਅਸੀਂ ਐਵੇਂ ਲਿਖ ਸਕਦੇ ਹਾਂ ਬੱਚੇ ਕਿ ਉਹਦਾ ਡੈਰੀਵੇਟਿਵ ਦਾ ਮੋਡ ਕਰੇ ਤੇ ਸਮ ਕੌਂਸਟੈਂਟ ਤੋਂ ਲੈਸ ਹੋਏਗਾ। ਫॉर ऑल एक्स इन A to B then फंक्शन इज़ ऑफ बाउंडेड वेरिएशन। मतलब देखो बच्चे जेकर हुण सानूं कोई एग्जाम्पल आउंदी है, जेकर पहली गल वो मोनोटोन है, सानूं दिख रहा है कि वो फंक्शन मोनोटोनिक आ, कोई पॉलीनोमियल आ, कोई साइन ट्रिग्नोमेट्रिक फंक्शन है कॉस आ, तो पक्का ही वो की होएगा ਸਾਡੇ ਕੋਲ ਬਾਉਂਡਡ ਵੇਰੀਏਸ਼ਨ। ਸੈਕਿੰਡ ਹੁਣ ਅਸੀਂ ਇਹਨੇ ਕੀ ਕਰ ਲਿਆ, ਕਹਿੰਦਾ ਜੇਕਰ ਕੋਈ ਫੰਕਸ਼ਨ ਤੁਹਾਨੂੰ ਪਤਾ ਕਿ ਇਹ ਕੰਟੀਨਿਊਸ ਆ ਕਿਸੇ ਇੰਟਰਵਲ ਕਲੋਜ਼ ਦੇ ਵਿੱਚ ਪਲੱਸ ਇਹਦਾ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ ਤੇ ਉਹ ਸਾਡੇ ਕੋਲ ਡੈਰੀਵੇਟਿਵ ਬਾਉਂਡਡ ਆ, ਤਾਂ ਅੱਖਾਂ ਬੰਦ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਉਹ ਫੰਕਸ਼ਨ ਕੀ ਹੋਏਗਾ, ਬਾਉਂਡਡ ਵੇਰੀਏਸ਼ਨ ਦਾ ਵੀ ਹੋਏਗਾ ਹੀ ਹੋਏਗਾ। ਇਹ ਹੋ ਗਈ ਸਾਡੀ ਨੈਕਸਟ ਪ੍ਰੋਪਰਟੀ। ਹੁਣ ਦੇਖਦੇ ਹਾਂ ਇਹਦਾ ਪ੍ਰੂਫ ਬੱਚੇ। ਦੇਖੋ ਸਭ ਤੋਂ ਪਹਿਲਾਂ ਇਹ ਪ੍ਰੂਫ ਕਰਨ ਤੋਂ ਸਾਨੂੰ ਇੱਕ ਮੀਨ ਵੈਲਿਊ ਥਿਓਰਮ ਨੂੰ ਦੁਬਾਰਾ ਰਿਕਾਲ ਕਰਨਾ ਪੈਣਾ ਜੋ ਅਸੀਂ +2 ਦੇ ਵਿੱਚ ਕਰਦੇ ਹੁੰਦੇ ਸੀ, ਲੈਂਗਰੇਜ਼ ਮੀਨ ਵੈਲਿਊ ਥਿਓਰਮ। ਬੱਚੇ ਉਹਦਾ ਕੀ ਰਿਜ਼ਲਟ ਸੀ? ਕਹਿੰਦੇ ਇਫ ਅ ਫੰਕਸ਼ਨ ਐਫ, ਕੋਈ ਵੀ ਫੰਕਸ਼ਨ ਹੈ ਐਫ ਜੋ ਕੀ ਹੋਏਗਾ ਕੰਟੀਨਿਊਸ ਔਨ A to B ਇੰਟਰਵਲ ਕਲੋਜ਼ਡ ਇੰਟਰਵਲ ਦੇ ਵਿੱਚ, ਕੋਈ ਫੰਕਸ਼ਨ ਜੇਕਰ ਕੰਟੀਨਿਊਸ ਆ ਪਲੱਸ ਉਹਦਾ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ ਓਪਨ ਇੰਟਰਵਲ, ਉਸੇ ਓਪਨ ਇੰਟਰਵਲ A to B ਦੇ ਵਿੱਚ, ਦੈਨ ਉੱਥੇ ਕੋਈ ਸੀ ਇੱਕ ਐਗਜ਼ਿਸਟ ਕਰੇਗਾ ਬੱਚੇ। ਸੀ ਉਸੇ ਇੰਟਰਵਲ ਦੇ ਵਿੱਚ ਕੋਈ ਇੱਕ ਇਹੋ ਜਿਹਾ ਨੰਬਰ ਐਟਲੀਸਟ ਇੱਕ ਇਹੋ ਜਿਹਾ ਨੰਬਰ ਐਗਜ਼ਿਸਟ ਕਰੂਗਾ ਸੱਚ ਦੈਟ ਜਿਹਦੇ ਲਈ ਆਹ ਕੰਡੀਸ਼ਨ ਹੈ ਜਿਹੜੀ ਹੋਲਡ ਹੁੰਦੀ ਹੋਏਗੀ ਬੱਚੇ। ਇੱਥੇ ਲਿਖ ਲਓ B ਮਾਈਨਸ A, ਐਫ ਆਫ A B ਮਾਈਨਸ ਐਫ ਆਫ A ਅਪੋਨ B ਮਾਈਨਸ A। ਇਹ ਕੀ ਹੋਏਗੀ ਸਾਡੇ ਕੋਲ ਹੋਲਡ ਹੁੰਦੀ ਹੋਏਗੀ। ਇਹ ਹੁੰਦੀ ਹੈ ਲੈਂਗਰੇਜ਼ ਮੀਨ ਵੈਲਿਊ ਥਿਓਰਮ। ਹੁਣ ਇਹਦਾ ਅਸੀਂ ਇੱਥੇ ਯੂਜ਼ ਕਰਨਾ ਦੇਖੋ, ਕਿਉਂਕਿ ਸਟੇਟਮੈਂਟ 'ਚ ਦੇਖੋ ਬੱਚੇ ਉਹਨੇ ਕੀ ਕਿਹਾ, ਫੰਕਸ਼ਨ ਕੰਟੀਨਿਊਸ ਆ ਕਲੋਜ਼ਡ ਇੰਟਰਵਲ A to B, ਇਹੀ ਚੀਜ਼ ਤਾਂ ਲੈਂਗਰੇਜ਼ ਦੀ ਪਹਿਲੀ ਕੰਡੀਸ਼ਨ ਆ। ਦੂਸਰਾ ਕੀ ਕਹਿੰਦਾ ਉਹਦਾ ਡੈਰੀਵੇਟਿਵ ਐਗਜ਼ਿਸਟ ਕਰਦਾ, ਦੇਖੋ ਇਹ ਵੀ ਸੈਕਿੰਡ ਕੰਡੀਸ਼ਨ ਆ। ਥਰਡ ਕੰਡੀਸ਼ਨ ਆਪ ਹੀ ਇੰਪਲਾਈ ਹੋ ਜਾਏਗੀ, ਕਹਿੰਦਾ ਜੇਕਰ ਇਹ ਦੋ ਕੰਡੀਸ਼ਨ ਅਪਲਾਈ ਹੁੰਦੀਆਂ ਨੇ ਤਾਂ ਉੱਥੇ ਕੋਈ ਸੀ ਐਗਜ਼ਿਸਟ ਕਰਦਾ ਹੋਊਗਾ ਜਿਹਦੇ ਲਈ ਇਹ ਕੰਡੀਸ਼ਨ ਕੀ ਹੁੰਦੀ ਹੋਊਗੀ, ਹੋਲਡ ਹੁੰਦੀ ਹੋਊਗੀ। ਹੁਣ ਦੇਖਦੇ ਹਾਂ ਬੱਚੇ ਇਹਦਾ ਸਾਡਾ ਜਿਹੜੀ ਪ੍ਰੋਪਰਟੀ ਹੈ ਉਹਦਾ ਪ੍ਰੂਫ। ਕਹਿੰਦੇ ਇਫ ਐਫ ਇਜ਼ ਅ ਕੰਟੀਨਿਊਸ ਔਨ ਐਕਸ, ਜੇਕਰ ਫੰਕਸ਼ਨ ਕੰਟੀਨਿਊਸ ਆ, ਫੰਕਸ਼ਨ ਕੀ ਹੈ ਕੰਟੀਨਿਊਸ। ਬੱਚੇ ਦੇਖੋ ਜੇਕਰ ਕਿਸੇ A B ਇੰਟਰਵਲ ਦੇ ਵਿੱਚ ਫੰਕਸ਼ਨ ਕੰਟੀਨਿਊਸ ਆ ਤਾਂ ਪੱਕਾ ਹੀ ਉਹਦੇ ਵਿੱਚ ਜਿੰਨੇ ਸਬ ਇੰਟਰਵਲਸ ਨੇ ਉਹਦੇ ਲਈ ਵੀ ਫੰਕਸ਼ਨ ਕੀ ਹੋਏਗਾ, ਕੰਟੀਨਿਊਸ ਹੋਏਗਾ। ਤਾਂ ਅਸੀਂ A B ਇੰਟਰਵਲ ਦੀ ਪਾਰਟੀਸ਼ਨ ਲੈ ਲਈ ਅਤੇ ਉਸ ਪਾਰਟੀਸ਼ਨ ਦੇ ਵਿੱਚ ਇੱਕ ਇੰਟਰਵਲ ਚੱਕ ਲਿਆ XK -1 ਤੋਂ ਲੈ ਕੇ x ਆਫ k, ਤਾਂ ਇਸ ਇੰਟਰਵਲ ਦੇ ਲਈ ਵੀ ਫੰਕਸ਼ਨ ਕੀ ਹੋਏਗਾ, ਕੰਟੀਨਿਊਸ। ਪਲੱਸ ਜੇਕਰ ਸਾਰੇ ਇੰਟਰਵਲ ਦੇ ਲਈ ਫੰਕਸ਼ਨ ਡਿਫਰੈਂਸ਼ੀਏਬਲ ਆ ਤਾਂ ਉਸ ਪਰਟੀਕੂਲਰ ਇੰਟਰਵਲ ਦੇ ਲਈ ਵੀ ਫੰਕਸ਼ਨ ਕੀ ਹੋਏਗਾ, ਡਿਫਰੈਂਸ਼ੀਏਬਲ ਹੋਏਗਾ। ਤਾਂ ਡਿਫਰੈਂਸ਼ੀਏਬਲ ਲਿਖਿਆ। ਹੁਣ ਬੱਚੇ ਇੱਥੇ ਜਿਹੜੀ ਮੀਨ ਵੈਲਿਊ ਥਿਓਰਮ ਆ ਉੱਪਰ ਦੇਖੋ ਅਸੀਂ ਨੇ C ਲਿਖਿਆ ਹੋਇਆ ਨਾ, ਕਿਸੇ A B ਇੰਟਰਵਲ ਦੇ ਵਿੱਚ ਕੋਈ C ਹੋਊਗਾ। ਦੇਖੋ ਹੁਣ ਅਸੀਂ ਇੰਟਰਵਲ ਬ੍ਰੇਕ ਕਰ ਲਿਆ, ਛੋਟਾ ਇੰਟਰਵਲ ਬਣਾ ਲਿਆ, ਤਾਂ ਇਸਦਾ ਮਤਲਬ ਇਹਦੇ ਵਿੱਚ ਕੋਈ ਇਹੋ ਜਿਹਾ ਨੰਬਰ ਐਗਜ਼ਿਸਟ ਕਰਦਾ ਹੋਊਗਾ ਜਿਹਦੇ ਲਈ ਇਹ ਮੀਨ ਵੈਲਿਊ ਥਿਓਰਮ ਅਪਲਾਈ ਹੋ ਸਕਦੀ ਆ। ਤਾਂ ਅਸੀਂ ਲੈ ਲਿਆ ਬੱਚੇ ਕੋਈ TK, ਕਹਿੰਦਾ ਕੋਈ TK ਇਹੋ ਜਿਹਾ ਐਗਜ਼ਿਸਟ ਕਰ ਰਿਹਾ ਉਹਦੇ ਵਿੱਚ ਜਿਹਦੇ ਲਈ ਮੀਨ ਵੈਲਿਊ ਥਿਓਰਮ ਅਪਲਾਈ ਹੋ ਸਕਦੀ ਹੈ। ਤਾਂ ਅਸੀਂ ਲਿਖ ਸਕਦੇ ਹਾਂ ਬੱਚੇ, ਕਹਿੰਦਾ ਐਫ ਡੈਸ਼ ਐਟ ਅ ਪੁਆਇੰਟ C ਲਿਖਣਾ ਸੀ, ਅਸੀਂ ਕਿਹਾ T ਇਜ਼ ਇਕੁਅਲ ਟੂ ਕੋਈ ਹੋਏਗਾ ਐਫ ਆਫ B, ਮਤਲਬ ਐਫ ਆਫ B ਦਾ ਮਤਲਬ ਅਸੀਂ ਲਿਆ X, ਐਫ ਐਕਸ ਕੇ ਮਾਈਨਸ ਐਫ ਐਕਸ ਕੇ -1 ਅਪੋਨ ਕੀ ਆਏਗਾ x के माइनस एक्स के -1। देखो ये टर्म बनेगी। उस तो बाद बच्चे इसी ने मीन वैल्यू थ्योरम, सिंपली मीन वैल्यू थ्योरम च दी वैल्यू सबस्टिट्यूट की ने जो पॉइंट पता सी, C की थां ते टी के, A की थां ते साडे कोल एक्स के -1 ते B की थां ते एक्स ऑफ के। उस तो बाद क्रॉस प्रोडक्ट कर दो, क्रॉस प्रोडक्ट करोगे तो ये बन जाएगा बच्चे एफ डेरिवेटिव टी के इंटू एक्स के माइनस एक्स के -1 इज इक्वल टू एफ ऑफ एक्स के माइनस एफ एक्स के -1, यही टर्म बनेगी। उस तो बाद अगेन बाउंडेड वेरीएशन तक पहुँचना बच्चे, बाउंडेड वेरीएशन दे विच तां सानू की चाहिए, डेल एफ के दा समेशन चाहिए। जेकर उस फाइनाइट होएगा तां साडे कोल फंक्शन की होएगा, बाउंडेड वेरीएशन दा होएगा।
ਤਾਂ ਹੁਣ ਅਸੀਂ ਇਹ ਚੈੱਕ ਕਰਨਾ ਕੀ ਇਹਦਾ ਜਿਹੜਾ ਸਮ ਆ ਫਾਈਨਾਈਟ, ਜਿਹੜਾ ਡੈਲ ਆਫ ਐਫ ਕੇ ਆ ਮੋਡ, ਉਹਦਾ ਸਮ ਫਾਈਨਾਈਟ ਹੈਗਾ ਜਾਂ ਨਹੀਂ। ਤਾਂ ਬੱਚੇ ਇੱਥੇ ਦੇਖੋ ਜਿਹੜੀ ਆ ਟਰਮ ਬਣ ਰਹੀ ਹੈ ਐਫ ਐਕਸ ਕੇ ਮਾਈਨਸ ਐਫ ਐਕਸ ਕੇ ਮਾਈਨਸ 1, ਇਹ ਕਿਹਦੀ ਵੈਲਿਊ, ਡੈਲ ਦੀ ਵੈਲਿਊ ਨਹੀਂ ਹੈਗੀ, ਤਾਂ ਡੈਲ ਐਫ ਕੇ ਨਾਲ ਇਹਨੂੰ ਰਿਪਲੇਸ ਕਰ ਸਕਦੇ ਹਾਂ। ਤਾਂ ਅਗੇਨ ਦੇਖੋ ਸਾਡੇ ਕੋਲ ਕੀ ਬਣ ਗਿਆ, ਕਹਿੰਦੇ ਜਿਹੜਾ ਰਿਜ਼ਲਟ ਸੀ ਬੱਚੇ ਜੋ ਅਸੀਂ ਲਿਖਿਆ ਮੀਨ ਵੈਲਿਊ ਤੋਂ, ਅਸੀਂ ਇਹਨੂੰ ਐਵੇਂ ਵੀ ਲਿਖ ਸਕਦੇ ਹਾਂ। ਅਤੇ ਇੱਧਰਲੀ ਸਾਈਡ ਸਾਡੇ ਕੋਲ ਕਿਹਦੀ ਵੈਲਿਊ ਨੂੰ ਰਿਪਰਜੈਂਟ ਕਰ ਰਹੀ ਹੈ, ਡੈਲ ਆਫ ਐਫ ਕੇ। ਅਤੇ ਸਿਮਿਲਰ ਇੱਧਰ ਹੁਣ ਬੱਚੇ ਦੋਨੋਂ ਸਾਈਡ 'ਤੇ ਮੋੜ ਲਿਆ। ਦੇਖੋ ਐਫ ਸਾਨੂੰ ਪਹਿਲਾਂ ਹੀ ਸਟੇਟਮੈਂਟ 'ਚ ਦੇ ਰੱਖਿਆ ਕਿ ਐਫ ਦਾ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ, ਪਲੱਸ ਡੈਰੀਵੇਟਿਵ ਫੰਕਸ਼ਨ ਬਾਊਂਡਡ ਆ, ਅਤੇ ਜੇ ਬਾਊਂਡਡ ਆ ਤਾਂ ਕਿਸੇ ਕੌਂਸਟੈਂਟ ਤੋਂ ਛੋਟਾ ਹੋਏਗਾ, ਲੈਸ ਦੈਨ ਏ। ਤਾਂ ਇਹਨੂੰ ਅਸੀਂ ਲੈਸ ਦੈਨ ਦਾ ਇੱਕ ਸਿੰਬਲ ਪਾ ਕੇ ਬੱਚੇ ਇਹਨੂੰ ਕੀ 'ਚ ਰਿਪਲੇਸ ਕਰਤਾ, ਏ 'ਚ। ਅਤੇ ਅੱਗੋਂ ਕੀ ਹੈ ਐਕਸ ਕੇ ਮਾਈਨਸ ਐਕਸ ਕੇ ਮਾਈਨਸ 1, ਇਹ ਕਿਹਦੀ ਵੈਲਿਊ ਹੈ ਜੀ, ਡੈਲ ਆਫ ਐਕਸ ਕੇ ਦੀ, ਡੈਲ ਐਕਸ ਕੇ ਸਬਸਟੀਟਿਊਟ ਕੀਤਾ ਬੱਚੇ। ਇਹਨੂੰ ਅੱਗੇ ਸਮੇਸ਼ਨ ਲੈ ਲਓ, ਬੋਥ ਸਾਈਡ ਸਮੇਸ਼ਨ, ਟੇਕ ਸਮੇਸ਼ਨ ਕੇ ਵੇਰੀ 1 to n। ਜੇ ਕੇ ਵੇਰੀਏਸ਼ਨ ਕਰੋਗੇ ਇਹ ਕੀ ਆ ਜਾਏਗਾ ਸਾਡੇ ਕੋਲ x1 ਮਾਈਨਸ x ਨੋਟ ਪਲੱਸ x2 ਮਾਈਨਸ x1 ਅਪ ਟੂ ਸੋ ਔਨ ਕਰਦੇ ਕਰਦੇ xn ਮਾਈਨਸ 1 x ਆਫ n, xn ਮਾਈਨਸ xn ਮਾਈਨਸ 1। ਤਾਂ ਬੱਚੇ ਇਹ ਤੋਂ ਵੀ ਕੱਟ ਕੇ ਸਾਡੇ ਕੋਲ ਸਿਰਫ ਦੋ ਨੰਬਰ ਬਚਣਗੇ, xn ਮਾਈਨਸ x ਨੋਟ ਵਿਚ ਇਜ਼ ਇਕੁਅਲ ਟੂ b ਮਾਈਨਸ a। ਅਗੇਨ ਕਹਿੰਦਾ ਦੇਖੋ ਬੱਚੇ ਜਿਹੜਾ b ਆ ਅਤੇ ਏ ਆ, ਇਹ ਦੋਨੋਂ ਹੀ ਸਾਡੇ ਕੋਲ ਕਿਸੇ ਕਲੋਜ਼ਡ ਇੰਟਰਵਲ ਫਾਈਨਾਈਟ ਨੰਬਰ ਨੇ। ਜੇ ਇਹਨਾਂ ਨੂੰ ਮਾਈਨਸ ਕਰੋਗੇ ਤਾਂ ਆਨਸਰ ਕੀ ਆਏਗਾ, ਫਾਈਨਾਈਟ ਆਏਗਾ। ਇਸ ਦਾ ਮਤਲਬ ਸਾਡੇ ਕੋਲ ਅਗੇਨ ਜਿਹੜਾ ਸਮੇਸ਼ਨ ਹੈ ਡੈਲ ਐਫ ਕੇ ਉਹ ਵੀ ਕੀ ਹੋ ਗਿਆ, ਫਾਈਨਾਈਟ ਹੋ ਗਿਆ। ਜੇਕਰ ਫਾਈਨਾਈਟ ਹੈ ਤਾਂ ਫੰਕਸ਼ਨ ਕੀ ਹੋਏਗਾ, ਬਾਊਂਡਡ ਵੇਰੀਏਸ਼ਨ ਦਾ ਹੋਏਗਾ। ਇਹ ਸੀਗੀ ਸਾਡੀ ਸੈਕਿੰਡ ਪ੍ਰੋਪਰਟੀ। ਹੁਣ ਆ ਜਾਂਦਾ ਬੱਚੇ ਕੀ ਇਹ ਦੇ ਵੀ ਕਨਵਰਸ ਹੋਏਗਾ, ਮਤਲਬ ਜੇ ਸਾਨੂੰ ਕੋਈ ਫੰਕਸ਼ਨ ਕਹਿ ਰੱਖਿਆ ਕਿ ਇਹ ਬਾਊਂਡਡ ਵੇਰੀਏਸ਼ਨ ਦਾ, ਤਾਂ ਕੀ ਉਹ ਤੋਂ ਅਸੀਂ ਕਹਿ ਸਕਦੇ ਹਾਂ ਕਿ ਉਹ ਫੰਕਸ਼ਨ ਦਾ ਡੈਰੀਵੇਟਿਵ ਐਗਜ਼ਿਸਟ ਕਰਦਾ ਹੋਗਾ ਅਤੇ ਉਹ ਪਲੱਸ ਕੀ ਹੋਏਗਾ, ਬਾਊਂਡਡ। ਹਰੇਕ ਚੀਜ਼ ਬੱਚੇ, ਹਰੇਕ ਥਿਓਰਮ ਜੋ ਤੁਸੀਂ ਪੜ੍ਹ ਰਹੇ ਹੋ ਇਹਦਾ ਕਨਵਰਸ ਜ਼ਰੂਰ ਦੇਖਣਾ ਕਿ ਕੀ ਇਹਦਾ ਕਨਵਰਸ ਹੋਲਡ ਕਰਦਾ ਹੋਏਗਾ ਜਾਂ ਨਹੀਂ। ਦੇਖੋ ਕਨਵਰਸ ਦਾ ਮਤਲਬ ਆਪੋਜ਼ਿਟ। ਜੇਕਰ ਹੁਣ ਇਹ ਕਿਹਾ ਹੋਵੇ ਕਿ ਫੰਕਸ਼ਨ ਬਾਊਂਡਡ ਵੇਰੀਏਸ਼ਨ ਆ, ਤੁਹਾਨੂੰ ਦੇ ਰੱਖਿਆ, ਬਸ ਤੁਹਾਨੂੰ ਇਹ ਪੁੱਛ ਲਿਆ ਕਿ ਇਹ ਫੰਕਸ਼ਨ ਦਾ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ ਅਤੇ ਪਲੱਸ ਕੀ ਉਹ ਬਾਊਂਡਡ ਹੈਗਾ, ਤਾਂ ਤੁਸੀਂ ਇਹ ਨਹੀਂ ਕਹਿਣਾ ਕਿ ਹਾਂਜੀ ਅਸੀਂ ਇੱਕ ਪ੍ਰੋਪਰਟੀ ਕੀਤੀ ਸੀ ਜਿਹ 'ਚ ਵੀ ਇਹ ਕੀਤਾ ਸੀ ਐਫ ਜੇ ਕੰਟੀਨਿਊਸ ਹੋਵੇ, ਉਹਦਾ ਡੈਰੀਵੇਟਿਵ ਐਗਜ਼ਿਸਟ ਕਰਦਾ ਹੋਵੇ ਅਤੇ ਦੈਨ ਉਹ ਬਾਊਂਡਡ ਵੇਰੀਏਸ਼ਨ ਹੁੰਦਾ। ਤਾਂ ਹੈ ਨਾ ਪੱਕਾ ਉਹ ਉਲਟ ਵੀ ਉਹਦਾ ਕਨਵਰਸ ਵੀ ਹੋਊਗਾ, ਜੇ ਬਾਊਂਡਡ ਵੇਰੀਏਸ਼ਨ ਤਾਂ ਉਹਦਾ ਡੈਰੀਵੇਟਿਵ ਵੀ ਐਗਜ਼ਿਸਟ ਕਰਦਾ ਹੁੰਦਾ। ਨਹੀਂ ਜੀ, ਇਹੋ ਜਿਹਾ ਹਮੇਸ਼ਾ ਸਾਡੇ ਕੋਲ ਨਹੀਂ ਹੁੰਦਾ। ਜਿਵੇਂ ਹੁਣ ਇੱਕ ਐਗਜ਼ਾਮਪਲ ਲੈਂਦੇ ਹਾਂ ਬੱਚੇ, ਕਹਿੰਦੇ ਐਗਜ਼ਾਮਪਲ ਆ ਫੰਕਸ਼ਨ ਸਾਨੂੰ ਦੇ ਰੱਖਿਆ 1/x²। ਤਾਂ ਪਹਿਲਾਂ ਦੱਸੋ ਕੀ ਇਹ ਫੰਕਸ਼ਨ ਸਾਡੇ ਕੋਲ ਬਾਊਂਡਡ ਫੰਕਸ਼ਨ ਹੈਗਾ, ਬਾਊਂਡਡ ਵੇਰੀਏਸ਼ਨ ਫੰਕਸ਼ਨ ਹੈਗਾ ਜਾਂ ਨਹੀਂ ਹੈਗਾ। ਨਹੀਂ ਲੈਣਾ ਬੱਚੇ ਇਹ ਲੈ ਲਓ ਕਿ x ਦੀ ਪਾਵਰ ਐਫ ਆਫ ਐਕਸ ਦੀ ਪਾਵਰ ਸਾਡੇ ਕੋਲ ਹੈਗੀ ਆ 1/3 ਬੱਚੇ। ਇਹ ਫੰਕਸ਼ਨ ਦੱਸਣਾ ਕਿ ਇਹ ਫੰਕਸ਼ਨ ਸਾਡੇ ਕੋਲ ਬਾਊਂਡਡ ਵੇਰੀਏਸ਼ਨ ਹੈਗਾ ਜਾਂ ਨਹੀਂ। ਦੇਖੋ ਐਕਸ ਦੀ ਪਾਵਰ 1/3, ਹੁਣ 1/3 ਹੈ ਬੱਚੇ, ਪਾਵਰ ਇਨਕਰੀਜ਼ ਹੋ ਰਹੀ ਹੈ ਤਾਂ ਇਹ ਫੰਕਸ਼ਨ ਮੋਨੋਟੋਨ ਹੋ ਗਿਆ। ਜੇਕਰ ਇਹ ਫੰਕਸ਼ਨ ਮੋਨੋਟੋਨ ਆ ਤਾਂ ਪੱਕਾ ਇਹ ਬਾਊਂਡਡ ਵੇਰੀਏਸ਼ਨ ਤਾਂ ਹੋਏਗਾ। ਇਸ ਦਾ ਮਤਲਬ ਇਹ ਫੰਕਸ਼ਨ ਬਾਊਂਡਡ ਵੇਰੀਏਸ਼ਨ ਹੈਗਾ। ਬਟ ਕੀ ਇਹਦਾ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ, ਡੈਰੀਵੇਟਿਵ ਕਰ ਲਓ। ਦੇਖੋ ਡੈਰੀਵੇਟਿਵ ਤਾਂ ਹੋ ਗਿਆ 1/3 ਐਕਸ ਦੀ ਪਾਵਰ 1/3 ਮਾਈਨਸ 1 ਮਤਲਬ -2/3 ਆ ਗਿਆ। ਇਸ ਦਾ ਮਤਲਬ ਡੈਰੀਵੇਟਿਵ ਐਗਜ਼ਿਸਟ ਕਰ ਰਿਹਾ। ਕੀ ਇਹਦਾ ਡੈਰੀਵੇਟਿਵ ਬਾਊਂਡਡ ਹੈਗਾ। ਬਾਊਂਡਡ ਦਾ ਮਤਲਬ ਬੱਚੇ ਜੇ ਐਕਸ ਨੂੰ ਤੁਸੀਂ ਇਨਫਿਨਿਟੀ ਨੂੰ ਅਪਰੋਚ ਕਰ ਰਹੇ ਹੋ, ਐਕਸ ਨੂੰ ਇਨਫਿਨਿਟੀ ਨੂੰ ਅਪਰੋਚ, ਐਕਸ ਨੂੰ 0 ਨੂੰ ਅਪਰੋਚ ਕਰੋਗੇ, ਇਹਦੇ ਵਿੱਚ ਐਕਸ ਨੂੰ ਜਿੰਨਾ ਛੋਟੇ ਕਰਦੇ ਜਾਓਗੇ ਜਾਂ ਜਿੰਨਾ ਵੱਡਾ ਕਰਦੇ ਜਾਓਗੇ ਤਾਂ ਕੀ ਉਹਦਾ ਕੋਈ ਫਾਈਨਾਈਟ ਆਨਸਰ ਆ ਰਿਹਾ। ਮੰਨ ਲਓ ਇੱਥੇ ਅਸੀਂ ਐਕਸ ਨੂੰ 0 ਭਰਤਾ ਬੱਚੇ, 0 ਭਰੋਗੇ 1/0 ਕਿਉਂਕਿ ਇਹਦੀ ਪਾਵਰ ਤਾਂ ਨੈਗੇਟਿਵ ਆ ਤਾਂ ਐਕਸ ਥੱਲੇ ਆ ਜਾਏਗਾ। 1/0 ਕੀ ਹੋ ਗਿਆ, ਇਨਫਿਨਿਟੀ। ਇਸ ਦਾ ਮਤਲਬ ਤਾਂ ਬੱਚੇ ਜੇ 0 ਹੀ ਭਰਾਂਗੇ ਤਾਂ ਇਹ ਫੰਕਸ਼ਨ ਕੀ ਆ, ਇਨਫਾਈਨਾਈਟ ਵੈਲਿਊ ਦੇ ਰਿਹਾ। ਇਸ ਦਾ ਮਤਲਬ ਇਹ ਫੰਕਸ਼ਨ ਬਾਊਂਡਡ ਨਹੀਂ ਹੈਗਾ, ਇਹਦਾ ਡੈਰੀਵੇਟਿਵ ਬਾਊਂਡਡ ਨਹੀਂ ਹੈਗਾ। ਸੋ ਕੋਈ ਨਾ ਕੋਈ ਇਹੋ ਜਿਹੀ ਐਗਜ਼ਾਮਪਲ ਸਾਨੂੰ ਮਿਲ ਜਾਂਦੀ ਹੈ ਜਿਹਦੇ ਵਿੱਚ ਉਹਦਾ ਕਨਵਰਸ ਸਾਨੂੰ ਪਤਾ ਲੱਗ ਜਾਂਦਾ ਕਿ ਨਹੀਂ ਹੋਲਡ ਕਰਦਾ। ਸੋ ਇਹਦਾ ਕਨਵਰਸ ਸਾਡੇ ਕੋਲ ਨਹੀਂ ਹੋਲਡ ਕਰਦਾ, ਇਹ ਅਸੀਂ ਨੇ ਯਾਦ ਰੱਖਣਾ। ਕਈ ਵਾਰੀ ਇਹ ਸਾਨੂੰ ਸ਼ਾਰਟ ਦੇ ਵਿੱਚ ਕੁਐਸਚਨ ਆ ਜਾਂਦੇ ਨੇ। ਨੈਕਸਟ ਬੱਚੇ ਹੁਣ ਇਹਦਾ ਅਪਲਾਈ ਕਿਵੇਂ ਕਰਨਾ। ਨੈਕਸਟ ਪ੍ਰੋਪਰਟੀ ਹੈ ਜਿਹੜੀ, ਦੇਖੋ ਜਿਵੇਂ ਹੁਣ ਆਹ ਐਗਜ਼ਾਮਪਲ ਇਸੇ ਪ੍ਰੋਪਰਟੀ ਨਾਲ ਸੋਲਵ ਕੀਤੀ ਹੋਈ। ਸ਼ੋ ਦੈਟ ਐਫ ਐਕਸ ਇਜ਼ ਇਕੁਅਲ ਟੂ x² cos 1/x 0। ਜਦੋਂ ਐਕਸ ਦੀ ਵੈਲਿਊ 0 ਨਹੀਂ ਹੈਗੀ ਤਾਂ ਫੰਕਸ਼ਨ ਇਸ ਤਰ੍ਹਾਂ ਦਾ ਆਹ ਲੈਣਾ ਬੱਚੇ। ਜੇ ਐਕਸ 0 ਭਰ ਰਹੇ ਹਾਂ ਤਾਂ ਆਹ ਲੈਣਾ। ਇਹ ਪ੍ਰੂਵ ਕਰਨਾ ਕਿ ਇਹ ਬਾਊਂਡਡ ਵੇਰੀਏਸ਼ਨ। ਦੇਖੋ ਬਾਊਂਡਡ ਵੇਰੀਏਸ਼ਨ ਲਈ ਹੁਣੇ ਰਿਜ਼ਲਟ ਕੀਤਾ, ਜਾਂ ਤਾਂ ਫੰਕਸ਼ਨ ਜੇ ਮੋਨੋਟੋਨ ਆ ਤਾਂ ਕਹਿ ਸਕਦੇ ਹਾਂ ਉਹ ਬਾਊਂਡਡ ਵੇਰੀਏਸ਼ਨ ਆ, ਜਾਂ ਫਿਰ ਉਹਦਾ ਡੈਰੀਵੇਟਿਵ ਕੀ ਆ, ਬਾਊਂਡਡ ਆ ਤਾਂ ਉਹ ਕਹਾਂਗੇ ਉਹਦਾ ਉਹ ਕੀ ਹੈ, ਬਾਊਂਡਡ ਵੇਰੀਏਸ਼ਨ। ਬੱਚੇ ਮੋਨੋਟੋਨ ਹੁਣ ਇੱਥੇ ਦੋ ਫੰਕਸ਼ਨਸ ਨੇ, ਦੋ ਫੰਕਸ਼ਨ ਦੀ ਪ੍ਰੋਡਕਟ ਹੋਈ ਹੋਈ ਹੈ ਤਾਂ ਮੋਨੋਟੋਨ ਦਾ ਥੋੜ੍ਹਾ ਕੰਸੈਪਟ ਆਪਾਂ ਸਾਈਡ 'ਤੇ ਰੱਖਦੇ ਹਾਂ ਅਤੇ ਡਿਫਰੈਂਸ਼ੀਏਬਲ ਲਾਉਂਦੇ ਹਾਂ। ਇਹਦਾ ਡੈਰੀਵੇਟਿਵ ਕੀਤਾ ਬੱਚੇ। ਦੇਖੋ ਐਕਸ ਦੀ ਵੈਲਿਊ 0 ਆ ਤਾਂ ਫੰਕਸ਼ਨ 0 ਆ, ਇਸ ਦਾ ਮਤਲਬ ਉਹਦਾ ਡੈਰੀਵੇਟਿਵ ਵੀ 0 ਆ। ਹੁਣ ਅੱਗੇ ਆ ਗਿਆ ਉੱਪਰਲਾ ਫੰਕਸ਼ਨ, ਜਦੋਂ ਐਕਸ 0 ਨਹੀਂ ਹੈਗਾ ਤਾਂ ਫੰਕਸ਼ਨ ਹੀ ਹੈ। ਇਹਦਾ ਡੈਰੀਵੇਟਿਵ ਕਰਨਾ
दो फंक्शन ने बच्चे की लगेगा प्रोडक्ट रूल, फर्स्ट फंक्शन एज इट इज़, सैकेंड दा डेरीवेटिव, फर्स्ट फंक्शन एज इट इज़, इत्थे होना सी बच्चे एक्स स्केयर, एक मिनट ये आ जाना सी इहदा डेरीवेटिव एक्स स्केयर एज इट इज़, कॉस द डेरीवेटिव साइन ऑफ 1/x, अगेन 1/x का डेरीवेटिव कितना आ जाना सीगा बच्चे 1/x ਨੂੰ ਅਸੀਂ ਲਿਖ ਸਕਦੇ ਹਾਂ x ਦੀ ਪਾਵਰ -1, ਸੋ ਇਹਨੂੰ ਲਿਖ ਸਕਦੇ ਹਾਂ ਅਸੀਂ x ਦੀ -1 ਇੰਟੂ x ਦੀ ਪਾਵਰ 2, ਤਾਂ ਇਹਦਾ ਡੈਰੀਵੇਟਿਵ ਆ ਜਾਣਾ ਸੀ ਮਾਈਨਸ ਸਾਈਨ 1/x, ਇਹੀ ਆਏਗਾ x ਦੀ ਪਾਵਰ -1 ਇੰਟੂ ਪਾਵਰ ਅੱਗੇ एक पावर डिक्रीज। हाँ जी सिमिलर अगे बच्चे सेम असी कॉस के लिए कर सकते हैं। हुण अगे की लेना मॉड, देखो जे मॉड लिया होया तो नैगेटिव का तो कोई फर्क ही नहीं पैना, तो सारिया टर्म्स की हो जाएगी पॉजिटिव हो जाएगी। उस तो बाद जो बच्चे मॉड करोगे सानू पता कि साइन की वैल्यू तो कॉस की वैल्यू हाईएस्ट कितनी होंगी है, -1 तो 1 के विच लाई करती होंगी है। सो जे इहदा तुसीं मॉड करोगे तो ये वैल्यू की तो लैस आ जाएगी 1 तो, देखो आ भी 1 प्लस आ 2 पे आ बाहर अगे 1 + 2 कितना हो गया 3, तो इसका मतलब यदा डेरीवेटिव 3 तो छोटा, जेकर डेरीवेटिव बाउंडेड हैगा मतलब किसी फाइनाइट वैल्यू तो छोटा हैगा तो फंक्शन की होएगा बाउंडेड वेरीएशन। सो ये एग्जाम्पल की हो गया बाउंडेड वेरीएशन दी। हुण नैक्सट वीडियो के विच आपां इहदियां होर प्रॉपर्टीज़ देखा प्लस उदां दी कन्वर्स ते इनवर्स पार्ट आ जिहड़े वो भी देखा। थैंक यू फॉर वॉचिंग।